ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਹੁਣ ਆਪਾਂ ਮੇਰੀ ਲਿਖੀ ਧਾਰਮਿਕ ਕਿਤਾਬ ਗਿਆਨ ਰਤਨਾਕਰ ਵਿੱਚੋਂ ਗੁਰਬਾਣੀ ਦੇ ਗਿਆਨ ਦੀਆਂ ਗਾਥਾਵਾਂ ਸੁਣਿਆ ਕਰਾਂਗੇ। ਮੇਰੀ ਲਿਖੀ ਇਸ ਕਿਤਾਬ ਦੇ 1300 ਪੰਨੇ ਹਨ। 1300 ਪੰਨੇ ਹਨ ਇਸ ਕਿਤਾਬ ਦੇ, ਪਰ ਮਾਇਆ ਦੀ ਕਮੀ ਕਰਕੇ ਮੈਂ ਇਸ ਨੂੰ ਛਪਵਾ ਨਹੀਂ ਸਕਿਆ। ਉਂਝ ਵੀ ਅੱਜ ਕੱਲ੍ਹ ਕਿਤਾਬਾਂ ਪੜ੍ਹਨ ਦਾ ਲੋਕਾਂ ਨੂੰ ਸ਼ੌਂਕ ਵੀ ਨਹੀਂ ਰਿਹਾ। ਸੋ ਸੰਗਤ ਜੀ, ਦਾਸ ਨੇ ਇਹ ਕਿਤਾਬ ਗੁਰਬਾਣੀ ਦੀਆਂ ਪੰਗਤੀਆਂ ਦੇ ਆਧਾਰ ਤੇ ਪ੍ਰਮਾਣਾ ਸਹਿਤ, ਵਿਚਾਰ ਅਤੇ ਸਾਖੀਆਂ ਸਹਿਤ ਲਿਖੀ ਹੈ, ਜੋ ਗ੍ਰੰਥੀ ਸਿੰਘਾਂ, ਰਾਗੀਆਂ ਸਿੰਘਾਂ ਅਤੇ ਧਾਰਮਿਕ ਪ੍ਰਚਾਰਕ ਸਿੰਘਾਂ ਵਾਸਤੇ ਇੱਕ ਵਰਦਾਨ ਹੈ ਅਤੇ ਉਹਨਾਂ ਦੀ ਸਫਲਤਾ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ। ਇਸ ਨੂੰ ਇਹਨਾਂ ਤੋਂ ਬਿਨਾਂ ਕੋਈ ਵੀ ਪੜ੍ਹ ਸਕਦਾ, ਹੋਰ ਵੀ ਜਿਸ ਨੇ ਗੁਰਬਾਣੀ ਦੇ ਨਾਲ ਪਿਆਰ ਕਰਨਾ ਹੈ, ਗੁਰਬਾਣੀ ਦਾ ਗਿਆਨ ਪ੍ਰਾਪਤ ਕਰਨਾ, ਹੋਰ ਕੋਈ ਵੀ ਪੜ੍ਹ ਸਕਦਾ ਹੈ। ਪਰ ਐਸੇ ਗਿਆਨ ਦੀ, ਐਸੀ ਜਾਣਕਾਰੀ ਦੀ ਜ਼ਰੂਰਤ ਗ੍ਰੰਥੀ ਸਿੰਘਾਂ, ਰਾਗੀ ਸਿੰਘਾਂ, ਕਥਾਵਾਚਕਾਂ ਨੂੰ ਬਹੁਤ ਜ਼ਰੂਰਤ ਹੁੰਦੀ ਹੈ। ਸੋ ਜਿਹੜੇ ਉੱਚ ਅਵਸਥਾ ਵਾਲੇ ਹੈਗੇ ਮਹਾਨ ਵਿਦਵਾਨ, ਉਹਨਾਂ ਦਾ ਤਾਂ ਕੀ ਕਹਿਣਾ। ਜਿਹੜੇ ਮੇਰੇ ਅੱਗੇ ਨਵੇਂ ਨਵੇਂ ਉੱਠੇ, ਉਹਨਾਂ ਨੂੰ ਇਹ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਇਹੋ ਜਿਹੀਆਂ। ਸੋ ਉਹਨਾਂ ਵਾਸਤੇ ਇੱਕ ਵਰਦਾਨ ਆ ਤੇ ਉਹਨਾਂ ਦੀ ਸਫਲਤਾ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ। ਕੋਈ ਵੀ ਮਨੁੱਖ ਇਹਨਾਂ ਸਿਰਲੇਖਾਂ ਨੂੰ ਪੂਰੇ ਦਾ ਪੂਰਾ ਅਤੇ ਹੂ-ਬ-ਹੂ ਕਿਸੇ ਵੀ ਧਾਰਮਿਕ ਸਟੇਜ ਉੱਤੇ ਪੜ੍ਹ ਕੇ ਸੁਣਾ ਸਕਦਾ। ਸੋ ਸੰਗਤ ਜੀ, ਆਓ ਆਪਾਂ ਗੁਰਬਾਣੀ ਦੇ ਡੂੰਘੇ ਸਾਗਰ ਵਿੱਚੋਂ ਪ੍ਰੇਮ ਦੀਆਂ ਚੁੰਬੀਆਂ ਮਾਰ ਕੇ ਗਿਆਨ ਦੇ ਵਿਚਾਰਾਂ ਦੇ ਮੋਤੀ ਚੁਣ ਕੇ ਲਿਆਈਏ। ਆਪਣਾ ਅੱਜ ਦਾ ਵਿਸ਼ਾ ਹੈ ਕਰਮਾਂ ਦਾ ਦੋਸ਼। ਯਾਨੀ ਅਸੀਂ ਜਾਣੇ ਅਣਜਾਣੇ ਵਿੱਚ ਜੋ ਵੀ ਕਰਮ ਕਰਦੇ ਹਾਂ, ਵਾਹਿਗੁਰੂ ਜੀ ਸਾਨੂੰ ਕਿਸੇ ਨਾ ਕਿਸੇ ਬਹਾਨੇ ਨਾਲ ਜਾਂ ਕਿਸੇ ਨਾ ਕਿਸੇ ਜਨਮ ਵਿੱਚ ਉਸ ਦੀ ਸਜ਼ਾ ਜ਼ਰੂਰ ਦਿੰਦੇ ਹਨ। ਪਰ ਅਸੀਂ ਆਪਣੇ ਬੁਰੇ ਕਰਮਾਂ ਦਾ ਜੇ ਪਛਤਾਵਾ ਕਰ ਲਈਏ ਤਾਂ ਵਾਹਿਗੁਰੂ ਜੀ ਕਿਸੇ ਨਾ ਕਿਸੇ ਬਹਾਨੇ ਜਾਂ ਕਿਸੇ ਨਾ ਕਿਸੇ ਜਨਮ ਵਿੱਚ ਸਾਨੂੰ ਜ਼ਰੂਰ ਮਾਫ ਕਰ ਦਿੰਦੇ ਹਨ। ਸੋ ਆਓ ਆਪਾਂ ਗੁਰਬਾਣੀ ਦੀ ਪੰਗਤੀ ਦੇ ਆਧਾਰਿਤ ਤੇ ਆਪਾਂ ਕੁਛ ਪ੍ਰਮਾਣ ਤੇ ਕੁਛ ਵਿਚਾਰ ਕਰਦੇ ਹਾਂ। ਸੋ ਗੁਰਬਾਣੀ ਦੀ ਪੰਗਤੀ ਦਾ ਇਹ ਕਰਮਾਂ ਦਾ ਦੋਸ਼ ਦਾ ਜੋ ਵਿਸ਼ਾ ਹੈ, ਸੋ ਇਸ ਵਿੱਚ ਗੁਰਬਾਣੀ ਦੀ ਪੰਗਤੀ ਲਈ ਗਈ ਹੈ। ਦੱਦਾ ਦੋਸ ਨਾ ਦਿਉ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਅਰਥਾਤ ਕਿ ਮਨੁੱਖ ਨੂੰ ਆਪਣੇ ਨਾਲ ਹੋਏ ਬੁਰੇ ਸਲੂਕ ਜਾਂ ਜੀਵਨ ਵਿੱਚ ਮਿਲੇ ਦੁੱਖ ਤਕਲੀਫਾਂ ਦਾ ਦੋਸ਼ ਕਿਸੇ ਦੂਜੇ ਨੂੰ ਨਹੀਂ ਦੇਣਾ ਚਾਹੀਦਾ, ਕਿਉਂਕਿ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੋ ਵੀ ਮੇਰੇ ਨਾਲ ਹੋ ਰਿਹਾ ਹੈ ਉਹ ਮੇਰੇ ਆਪਣੇ ਕੀਤੇ ਕਰਮਾਂ ਦਾ ਹੀ ਦੋਸ਼ ਹੈ, ਜੋ ਮੈਂ ਪਿਛਲੇ ਜਨਮਾਂ ਵਿੱਚ ਕੀਤੇ ਹਨ। ਪਿੱਛੇ ਜੋ ਮੈਂ ਕੀਤਾ ਉਹ ਹੀ ਮੈਨੂੰ ਮਿਲਿਆ, ਇਸ ਵਿੱਚ ਕਿਸੇ ਹੋਰ ਦਾ ਕੋਈ ਦੋਸ਼ ਨਹੀਂ। ਇਸ ਪ੍ਰਥਾਏ ਸਤਿਗੁਰੂ ਜੀ ਦਾ ਇੱਕ ਹੋਰ ਬਚਨ ਹੈ, ਅਹਿ ਕਰ ਕਰੇ ਸੋ ਅਹਿ ਕਰ ਪਾਏ, ਕੋਈ ਨਾ ਪਕੜੀਐ ਕਿਸੇ ਥਾਏ। ਇਸ ਵਿੱਚ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਹੱਥਾਂ ਨਾਲ ਮਨੁੱਖ ਮਾੜੇ ਕਰਮ ਕਰਦਾ ਹੈ, ਉਹਨਾਂ ਹੱਥਾਂ ਨਾਲ ਹੀ ਭੋਗਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਜਿਸ ਮਨੁੱਖ ਨੇ ਮਾੜਾ ਕੰਮ ਕੀਤਾ ਹੈ, ਉਸ ਵਾਸਤੇ ਉਸ ਨੂੰ ਹੀ ਫੜਿਆ ਜਾਵੇਗਾ, ਉਸ ਦੀ ਥਾਂ ਤੇ ਹੋਰ ਕੋਈ ਨਹੀਂ ਫੜਿਆ ਜਾਵੇਗਾ। ਜਿਵੇਂ ਪੁਰਾਣੇ ਯੁੱਗਾਂ ਵਿੱਚ ਰਾਜਿਆਂ ਦਾ ਕਾਨੂੰਨ ਹੁੰਦਾ ਸੀ, ਸਤਯੁਗ ਦੇ ਵਿੱਚ ਪੂਰਾ ਖਾਨਦਾਨ ਤਬਾਹ, ਪਰਿਵਾਰ ਤਬਾਹ ਕਰ ਦਿੱਤਾ ਜਾਂਦਾ ਸੀ। ਇੱਕ ਦੋਸ਼ੀ ਹੁੰਦਾ ਸੀ ਤਾਂ ਪੂਰਾ ਖਾਨਦਾਨ, ਪਰਿਵਾਰ ਤਬਾਹ ਕਰ ਦਿੱਤਾ ਜਾਂਦਾ ਸੀ। ਫਿਰ ਤ੍ਰੇਤੇ ਦੇ ਵਿੱਚ ਕੋਈ ਗੁਨਾਹ ਕਰਦਾ ਸੀ ਤਾਂ ਉਹਦਾ ਪਰਿਵਾਰ ਖਤਮ ਕੀਤਾ ਜਾਂਦਾ ਸੀ। ਤਾਂ ਇਸ ਤਰ੍ਹਾਂ ਦੂਜਿਆਂ ਨੂੰ ਸਜ਼ਾ ਨਾਲ ਮਿਲਦੀ ਸੀ। ਪਰ ਗੁਰੂ ਸਾਹਿਬ ਜੀ ਕਹਿੰਦੇ ਕਲਯੁਗ ਦਾ ਇਹੋ ਹੀ ਕਾਨੂੰਨ ਹੈ ਕਿ ਇਸ ਵਿੱਚ ਜਿਹੋ ਜਿਹਾ ਕੋਈ ਕਰੇਗਾ ਉਹੋ ਜਿਹਾ ਭਰੇਗਾ। ਜੇ ਸੱਜੇ ਹੱਥ ਨੇ ਮਾੜਾ ਕੰਮ ਕੀਤਾ ਤਾਂ ਸੱਜਾ ਹੱਥ ਹੀ ਭਰੇਗਾ, ਜੇ ਖੱਬੇ ਹੱਥ ਨੇ ਮਾੜਾ ਕੰਮ ਕੀਤਾ ਤਾਂ ਖੱਬਾ ਹੀ ਭਰੇਗਾ। ਉਸ ਨੂੰ ਸੱਜੇ ਨੂੰ ਕੋਈ ਸਜ਼ਾ ਨਹੀਂ ਮਿਲੇਗੀ। ਇਹੋ ਜਿਹੇ ਬਾਬੇ ਨਾਨਕ ਦੇ ਘਰ ਦਾ ਫੈਸਲਾ ਹੈ। ਸੋ ਆਪਾਂ ਇਸ ਵਿੱਚ ਪਹਿਲਾ ਪ੍ਰਮਾਣ
ਸਰਵਣ ਕਰਦੇ ਹਾਂ ਗੁਟਾਰ ਅਤੇ ਬਾਜ ਦੇ ਕਰਮਾਂ ਦਾ ਹਿਸਾਬ ਕਿਤਾਬ। ਇੱਕ ਵਾਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਉੱਡਦੀ ਹੋਈ ਇੱਕ ਗੁਟਾਰ ਆਈ ਅਤੇ ਗੁਰੂ ਜੀ ਦੇ ਗੋਡੇ ਉੱਤੇ ਬੈਠ ਗਈ। ਉਸ ਦੇ ਪਿੱਛੇ ਹੀ ਉੜਦਾ ਹੋਇਆ ਇੱਕ ਬਾਜ ਆਇਆ ਅਤੇ ਉਹ ਬਾਜ ਗੁਰੂ ਜੀ ਦੇ ਸਾਹਮਣੇ ਬੈਠ ਗਿਆ। ਗੁਰੂ ਜੀ ਨੇ ਆਪਣੀ ਅੰਤਰਜਾਮਤਾ ਨਾਲ ਜਾਣ ਲਿਆ ਕਿ ਇਹ ਕੌਣ ਹਨ। ਬਾਜ ਨੇ ਆਤਮਿਕ ਬੇਨਤੀ ਕਰਕੇ ਗੁਰੂ ਜੀ ਨੂੰ ਕਿਹਾ, ਹੇ ਗੁਰੂ ਜੀ, 2 ਪਲ ਪਹਿਲਾਂ ਤਾਂ ਮੈਂ ਇਸ ਗੁਟਾਰ ਨੂੰ ਖਾਣ ਵਾਸਤੇ ਅਤੇ ਆਪਣੀ ਭੁੱਖ ਮਿਟਾਉਣ ਵਾਸਤੇ ਆਦਤਨ ਹੀ ਇਸ ਦੇ ਪਿੱਛੇ ਆਇਆ ਸੀ, ਪਰ ਆਪ ਜੀ ਦੇ ਦਰਸ਼ਨ ਕਰਕੇ ਹੁਣ ਮੈਨੂੰ ਗਿਆਨ ਹੋ ਗਿਆ ਕਿ ਮੈਂ ਇਸ ਨੂੰ ਕਿਉਂ ਖਾਣ ਲੱਗਿਆ ਸਾਂ। ਹੁਣ ਤੁਸੀਂ ਇਸ ਨੂੰ ਛੱਡ ਦਿਓ, ਮੈਂ ਇਸ ਕੋਲੋਂ ਆਪਣਾ ਬਦਲਾ ਲੈਣਾ। ਇਸ ਨੇ ਮੈਨੂੰ ਪਿਛਲੇ ਜਨਮ ਵਿੱਚ 3 ਵਾਰ ਉਜਾੜ ਕੇ ਬਹੁਤ ਤੰਗ ਕੀਤਾ ਸੀ। ਹੁਣ ਇਹ ਮੈਨੂੰ ਮਿਲ ਗਿਆ ਹੈ ਅਤੇ ਹੁਣ ਮੈਂ ਆਪਣਾ ਹਿਸਾਬ ਕਿਤਾਬ ਪੂਰਾ ਕਰਾਂਗਾ। ਉਧਰੋਂ ਗੁਟਾਰ ਨੂੰ ਵੀ ਗੁਰੂ ਜੀ ਦੇ ਦਰਬਾਰ ਵਿੱਚ ਆ ਕੇ ਆਪਣੇ ਗੁਨਾਹਾਂ ਵਾਲੇ ਜਨਮ ਦਾ ਗਿਆਨ ਹੋ ਗਿਆ ਅਤੇ ਉਹ ਵੀ ਤਰਾਹੀ ਤਰਾਹੀ ਅਤੇ ਸ਼ਰਣਮ ਸ਼ਰਣਮ ਦੀ ਪੁਕਾਰ ਕਰਨ ਲੱਗੀ। ਸੰਗਤ ਜੀ, ਸਾਰੀ ਸੰਗਤ ਦਰਬਾਰ ਵਿੱਚ ਬੈਠੀ ਸੀ। ਗੁਰੂ ਜੀ ਦੇ ਗੰਭੀਰ ਚਿਹਰੇ ਵੱਲ ਦੇਖ ਰਹੀ ਸੀ। ਉਹ ਸੋਚ ਰਹੇ ਸਨ ਕਿ ਗੁਰੂ ਜੀ ਚੁੱਪਚਾਪ ਬਾਜ ਵੱਲ ਅਤੇ ਗੁਟਾਰ ਵੱਲ ਕਿਉਂ ਦੇਖ ਰਹੇ ਹਨ। ਗੁਰੂ ਜੀ ਨੇ ਤਾਂ ਦੋਹਾਂ ਦੀ ਵਾਰਤਾ ਸੁਣ ਹੀ ਲਈ ਸੀ ਤੇ ਸੁਣ ਰਹੇ ਸਨ। ਫਿਰ ਅਚਾਨਕ ਹੀ ਗੁਰੂ ਜੀ ਨੇ ਗੁਟਾਰ ਨੂੰ ਆਪਣੇ ਖੱਬੇ ਹੱਥ ਵਿੱਚ ਫੜ ਲਿਆ ਅਤੇ ਬਾਜ ਨੂੰ ਆਪਣੇ ਪਾਸ ਆਉਣ ਦਾ ਇਸ਼ਾਰਾ ਕੀਤਾ। ਬਾਜ ਗੁਰੂ ਜੀ ਦੇ ਸੱਜੇ ਹੱਥ ਉੱਤੇ ਆ ਕੇ ਬੈਠ ਗਿਆ। ਗੁਰੂ ਜੀ ਨੇ ਬਾਜ ਕੋਲੋਂ ਗੁਟਾਰ ਨੂੰ 3 ਵਾਰ ਖਵਾਇਆ ਅਤੇ ਗੁਟਾਰ ਗੁਰੂ ਜੀ ਦੇ ਹੱਥਾਂ ਵਿੱਚ ਤੜਫਣ ਲੱਗੀ। ਬਾਜ 3 ਵਾਰ ਵਿੱਚ ਹੀ ਪੂਰੀ ਗੁਟਾਰ ਨੂੰ ਖਾ ਗਿਆ। ਸੰਗਤ ਵਿੱਚ ਬੈਠੇ ਇੱਕ ਵਿਰਾਗੀ ਮਤ ਦਾ ਸਾਧੂ ਬੈਠਾ ਸੀ ਅਤੇ ਉਸਨੇ ਆਪਣੇ ਮਨ ਵਿੱਚ ਸ਼ੰਕਾ ਕੀਤਾ ਕਿ ਗੁਰੂ ਜੀ ਤਾਂ ਦਿਆਲੂ ਹੁੰਦਾ, ਪਰ ਇਹ ਤਾਂ ਆਪਣੇ ਹੱਥਾਂ ਨਾਲ ਹੀ ਇੱਕ ਕਮਜ਼ੋਰ ਜਾਨਵਰ ਨੂੰ ਇੱਕ ਤਾਕਤਵਰ ਜਾਨਵਰ ਕੋਲੋਂ ਖਵਾ ਰਹੇ ਹਨ, ਜੋ ਕਿ ਪਹਿਲਾਂ ਤੋਂ ਹੀ ਸ਼ਰਨ ਵਿੱਚ ਆਇਆ ਹੋਇਆ ਹੈ। ਇਹ ਕੈਸੇ ਗੁਰੂ ਹੈ? ਇਹਨਾਂ ਨੇ ਤਾਂ ਗੁਰੂ ਨਾਨਕ ਦੀ ਮਰਜ਼ਾਦਾ ਨੂੰ ਹੀ ਭੰਗ ਕਰ ਦਿੱਤਾ। ਇਹਨਾਂ ਕੋਲ ਤਾਂ ਦਇਆ ਨਾਮ ਦੀ ਕੋਈ ਚੀਜ਼ ਹੀ ਨਹੀਂ। ਗੁਰੂ ਜੀ ਨੇ ਵਿਰਾਗੀ ਮਤ ਦੇ ਸਾਧੂ ਦੀ ਮਨ ਦੀ ਦਸ਼ਾ ਨੂੰ ਜਾਣ ਲਿਆ ਅਤੇ ਸਾਰੀ ਸੰਗਤ ਨੂੰ ਸੁਣਾ ਕੇ ਕਿਹਾ, ਹੇ ਸੰਗਤ ਜੀ, ਇਹ ਜੋ ਤੁਸੀਂ ਸਾਡੇ ਹੱਥ ਵਿੱਚ ਬਾਜ ਅਤੇ ਗੁਟਾਰ ਦੇਖ ਰਹੇ ਹੋ, ਇਹਨਾਂ ਦਾ ਪਿਛਲੇ ਜਨਮ ਵਿੱਚ ਕੋਈ ਲੈਣ ਦੇਣ ਸੀ। ਇਹ ਜੋ ਗੁਟਾਰ ਹੈ ਨਾ, ਇਹ ਪਿਛਲੇ ਜਨਮ ਵਿੱਚ ਇੱਕ ਰਾਜੇ ਦਾ ਵਜ਼ੀਰ ਸੀ ਅਤੇ ਇਹ ਬਹੁਤ ਹੀ ਜ਼ਾਲਮ, ਲਾਲਚੀ ਅਤੇ ਈਰਖਾਲੂ ਸੁਭਾਅ ਦਾ ਸੀ। ਇਹ ਜੋ ਬਾਜ ਹੈ, ਇਹ ਪਿਛਲੇ ਜਨਮ ਵਿੱਚ ਇੱਕ ਅਮੀਰ ਜ਼ਿਮੀਂਦਾਰ ਸੀ ਅਤੇ ਉਸੇ ਵਜ਼ੀਰ ਵਾਲੇ ਰਾਜ ਵਿੱਚ ਰਹਿੰਦਾ ਸੀ। ਇਸ ਜ਼ਿਮੀਂਦਾਰ ਨੇ ਆਪਣਾ ਇੱਕ ਪਿੰਡ ਵਸਾਇਆ ਹੋਇਆ ਸੀ, ਪਰ ਵਜ਼ੀਰ ਨੇ ਈਰਖਾ ਕਰਕੇ ਰਾਜੇ ਕੋਲੋਂ ਇਸ ਉੱਤੇ ਕੋਈ ਤੋਹਮਤ ਲਾ ਕੇ ਇਸ ਦਾ ਪਿੰਡ ਉਜਾੜ ਦਿੱਤਾ। ਫਿਰ ਇਸ ਜ਼ਿਮੀਂਦਾਰ ਨੇ ਆਪਣਾ ਸਾਰਾ ਧਨ ਖਰਚ ਕੇ ਅਤੇ ਆਪਣੇ ਅਸਰ ਸੂਖ ਨਾਲ ਫਿਰ ਉਹੋ ਜਿਹਾ ਇੱਕ ਹੋਰ ਨਗਰ ਵਸਾ ਲਿਆ ਅਤੇ ਵਜ਼ੀਰ ਨੇ ਫਿਰ ਉਜਾੜ ਦਿੱਤਾ। ਇਸ ਜ਼ਿਮੀਂਦਾਰ ਨੇ ਵਜ਼ੀਰ ਦੇ ਨਾਹਕ ਜ਼ੁਲਮ ਤੋਂ ਤੰਗ ਆ ਕੇ ਕਿਸੇ ਹੋਰ ਥਾਂ ਉੱਤੇ ਦੂਰ ਜਾ ਕੇ ਆਪਣੇ ਸਾਕ ਸੰਬੰਧੀਆਂ ਦੀ ਮਦਦ ਨਾਲ ਤੀਜੀ ਵਾਰ ਫਿਰ ਇੱਕ ਸੁੰਦਰ ਨਗਰ ਬਣਾ ਲਿਆ। ਜਦ ਵਜ਼ੀਰ ਨੂੰ ਪਤਾ ਲੱਗਿਆ ਤਾਂ ਇਸ ਨੇ ਉੱਥੇ ਜਾ ਕੇ ਫਿਰ ਇਸ ਜ਼ਿਮੀਂਦਾਰ ਦਾ ਨਗਰ ਉਜਾੜ ਦਿੱਤਾ। ਜ਼ਿਮੀਂਦਾਰ ਬਹੁਤ ਦੁਖੀ ਹੋਇਆ ਅਤੇ ਫਿਰ ਉਹ ਆਪਣਾ ਨਗਰ ਨਾ ਵਸਾ ਸਕਿਆ। ਉਹ ਜ਼ਿਮੀਂਦਾਰ ਵਜ਼ੀਰ ਦਾ ਕੁਝ ਨਹੀਂ ਵਿਗਾੜ ਸਕਦਾ ਸੀ, ਕਿਉਂਕਿ ਉਸ ਦੇ ਹੱਥ ਵਿੱਚ ਬਹੁਤ ਤਾਕਤ ਸੀ। ਵਜ਼ੀਰ ਦੇ ਹੱਥ ਵਿੱਚ ਬਹੁਤ ਤਾਕਤ ਸੀ, ਪਰ ਉਹ ਵਜ਼ੀਰ ਕੋਲੋਂ ਇਸ ਗੱਲ ਦਾ ਬਦਲਾ ਜ਼ਰੂਰ ਲੈਣਾ ਚਾਹੁੰਦਾ ਸੀ। ਇਸ ਤਰ੍ਹਾਂ ਉਹ ਜ਼ਿਮੀਂਦਾਰ ਬਦਲੇ ਵਾਲੀ ਭਾਵਨਾ ਨੂੰ ਦਿਲ ਵਿੱਚ ਲੈ ਕੇ ਬੁੱਢਾ ਹੋ ਕੇ ਮਰ ਗਿਆ ਅਤੇ ਆਪਣੀ ਉਮਰ ਭੋਗ ਕੇ ਉਹ ਵਜ਼ੀਰ ਵੀ ਮਰ ਗਿਆ। ਸੋ ਸੰਗਤ ਜੀ, ਹੁਣ ਇਸ ਜਨਮ ਵਿੱਚ ਉਹ ਵਜ਼ੀਰ ਗੁਟਾਰ ਬਣ ਗਿਆ ਅਤੇ ਉਹ ਜ਼ਿਮੀਂਦਾਰ ਬਾਜ ਬਣ ਗਿਆ। ਅੱਜ ਇਸ ਜ਼ਿਮੀਂਦਾਰ ਬਾਜ ਨੂੰ ਇਹ ਵਜ਼ੀਰ ਗੁਟਾਰ ਮਿਲ ਗਈ, ਪਰ ਇੱਥੇ ਆਉਣ ਤੋਂ ਪਹਿਲਾਂ ਇਹਨਾਂ ਦੋਵਾਂ ਨੂੰ ਹੀ ਆਪਣੇ ਪਿਛਲੇ ਜਨਮ ਦਾ ਗਿਆਨ ਨਹੀਂ ਸੀ। ਇਹ ਬਾਜ ਤਾਂ ਸੁਭਾਵਿਕ ਹੀ ਇਸ ਗੁਟਾਰ ਨੂੰ ਆਪਣਾ ਸ਼ਿਕਾਰ ਜਾਣ ਕੇ ਖਾਣ ਲੱਗਿਆ ਸੀ ਅਤੇ ਇਹ ਗੁਟਾਰ ਆਪਣੀ ਜਾਨ ਬਚਾਉਂਦੀ ਹੋਈ ਇੱਥੇ ਆ ਗਈ। ਹੁਣ ਗੁਰੂ ਨਾਨਕ ਸਾਹਿਬ ਜੀ ਦੇ ਸੱਚੇ ਅਤੇ ਸਹੀ ਨਿਆਂ ਕਰਨ ਵਾਲੇ ਦਰਬਾਰ ਵਿੱਚ ਆਉਂਦਿਆਂ ਹੀ ਗੁਰੂ ਨਾਨਕ ਦੀ ਬਾਣੀ ਦੀ ਵਿਚਾਰ ਸੁਣ ਕੇ ਇਹਨਾਂ ਨੂੰ ਆਪਣੇ ਆਪਣੇ ਜਨਮਾਂ ਦਾ ਗਿਆਨ ਹੋ ਗਿਆ।
ਸੋ ਸੰਗਤ ਜੀ, ਹੁਣ ਬਾਜ ਨੇ ਸਾਡੇ ਸਾਹਮਣੇ ਹੋ ਕੇ ਬੇਨਤੀ ਕੀਤੀ ਕਿ ਗੁਰੂ ਜੀ, ਤੁਸੀਂ ਇਸ ਨੂੰ ਛੱਡ ਦਿਓ ਅਤੇ ਮੈਂ ਇਸ ਕੋਲੋਂ ਆਪਣਾ ਬਦਲਾ ਲੈਣਾ। ਇਸ ਨੇ ਪਿਛਲੇ ਜਨਮ ਵਿੱਚ ਮੇਰਾ 3 ਵਾਰ ਨਗਰ ਉਜਾੜ ਕੇ ਮੈਨੂੰ ਬਰਬਾਦ ਕੀਤਾ ਸੀ ਅਤੇ ਮੇਰੀ ਧਨ ਸੰਪਦਾ ਬਰਬਾਦ ਕਰਕੇ ਮੈਨੂੰ ਕੰਗਾਲ ਕਰ ਦਿੱਤਾ ਸੀ। ਉਸ ਸਮੇਂ ਮੈਂ ਮਾੜਾ ਅਤੇ ਬਹੁਤ ਕਮਜ਼ੋਰ ਸੀ ਅਤੇ ਇਹ ਵਜ਼ੀਰ ਜਰਵਾਣਾ ਸੀ, ਇਸ ਲਈ ਮੈਂ ਇਸ ਦਾ ਕੁਝ ਵਿਗਾੜ ਨਾ ਸਕਿਆ। ਪਰ ਮੇਰੇ ਦਿਲ ਵਿੱਚ ਬਦਲੇ ਦੀ ਭਾਵਨਾ ਬਣੀ ਰਹੀ ਅਤੇ ਆਖਰ ਨੂੰ ਮੈਂ ਮਰ ਗਿਆ। ਹੁਣ ਇਸ ਜਨਮ ਵਿੱਚ ਪ੍ਰਮਾਤਮਾ ਨੇ ਮੈਨੂੰ ਬਦਲਾ ਲੈਣ ਵਾਸਤੇ ਜਰਵਾਣਾ ਅਤੇ ਤਾਕਤਵਰ ਜੀਵ ਬਣਾਇਆ ਅਤੇ ਇਸ ਨੂੰ ਇੱਕ ਨਿਰਬਲ ਅਤੇ ਕਮਜ਼ੋਰ ਜਿਹਾ ਜੀਵ ਬਣਾਇਆ। ਸੋ ਸੰਗਤ ਜੀ, ਅਸੀਂ ਬਾਜ ਦੀ ਦੁੱਖ ਭਰੀ ਵਾਰਤਾ ਰੂਪ ਬੇਨਤੀ ਵੀ ਸੁਣੀ ਅਤੇ ਗੁਟਾਰ ਦੇ ਗੁਨਾਹਾਂ ਵਾਲੀ ਮਾਫੀ ਦੀ ਫਰਿਆਦ ਵੀ ਸੁਣੀ। ਇਹ ਜੋ ਬਾਜ ਬਦਲੇ ਦੀ ਭਾਵਨਾ ਨਾਲ ਜਨਮ ਮਰਨ ਦੇ ਚੱਕਰ ਵਿੱਚ ਪੈ ਗਿਆ ਸੀ ਅਤੇ ਇਹ ਬਦਲਾ ਇਸ ਨੇ 3 ਜਨਮਾਂ ਵਿੱਚ ਪੂਰਾ ਕਰਨਾ ਸੀ, ਪਰ ਅਸੀਂ ਇਸ ਦਾ ਬਦਲਾ ਵੀ ਪੂਰਾ ਕਰਨਾ ਸੀ ਅਤੇ ਇਸ ਸ਼ਰਨ ਆਏ ਜੀਵ ਦੀ ਲਾਜ ਵੀ ਰੱਖਣੀ ਸੀ। ਇਸ ਕਰਕੇ ਅਸੀਂ ਇਸ ਬਾਜ ਕੋਲੋਂ ਇਸ ਗੁਟਾਰ ਨੂੰ 3 ਵਾਰ ਤੁੜਵਾਇਆ। ਇਸ ਤਰੀਕੇ ਨਾਲ ਇਸ ਬਾਜ ਦਾ 3 ਜਨਮਾਂ ਵਾਲਾ ਬਦਲਾ ਵੀ 1 ਜਨਮ ਵਿੱਚ ਹੀ ਪੂਰਾ ਹੋ ਗਿਆ ਅਤੇ ਗੁਟਾਰ ਨੇ ਵੀ ਜੋ 3 ਜਨਮਾਂ ਵਿੱਚ ਇਸ ਦੀ ਸਜ਼ਾ ਭੁਗਤਣੀ ਸੀ, ਉਹ ਵੀ 1 ਜਨਮ ਵਿੱਚ ਹੀ ਭੁਗਤਾ ਦਿੱਤੀ। ਸੋ ਸੰਗਤ ਜੀ, ਗੁਰੂ ਨਾਨਕ ਦੇ ਦਰਬਾਰ ਦਾ ਇਹੋ ਹੀ ਸੱਚਾ ਨਿਆਂ ਹੈ, ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ। ਭਾਵ ਕਿ ਇਹ ਸਰੀਰ ਧਰਤੀ ਹੈ, ਇਸ ਵਿੱਚ ਜੀਵ ਜਿਹੋ ਜਿਹਾ ਕਰਮਾਂ ਰੂਪੀ ਬੀਜ ਬੀਜਦਾ ਉਹੋ ਜਿਹਾ ਹੀ ਵੜਦਾ। ਪਰ ਜੇ ਜੀਵ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਤਾਂ ਗੁਰੂ ਕਿਰਪਾ ਕਰਕੇ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਹਰਬਿਦ ਸੁਆਮੀ ਸੰਦਾ ਵਾਲੀ ਗੱਲ ਕਰ ਦਿੰਦੇ ਹਨ। ਗੁਰੂ ਕਿਰਪਾ ਕਰਕੇ ਸ਼ਰਨ ਆਇਆਂ ਨੂੰ ਗਲ ਦੇ ਨਾਲ ਲਾ ਲੈਂਦੇ ਹਨ ਅਤੇ ਉਸ ਦੇ ਗੁਨਾਹਾਂ ਨੂੰ ਮਾਫ ਕਰਕੇ ਸੂਲੀ ਤੋਂ ਸੂਲ ਬਣਾ ਦਿੰਦੇ ਆ। ਭਾਵ ਕਿ ਕਈ ਜਨਮਾਂ ਦੇ ਪਾਪਾਂ ਤੇ ਗੁਨਾਹਾਂ ਨੂੰ ਪਲ ਝਪਕ ਦੇ ਵਿੱਚ ਨਿਬੇੜ ਦਿੰਦੇ ਹਨ। ਸੋ ਸੰਗਤ ਜੀ, ਹੁਣ ਆਪਾਂ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਇਸ ਦਾ ਪ੍ਰਮਾਣ ਸਰਵਣ ਕਰਦੇ ਆ ਵੀ ਇਸ ਹੱਥ ਨਾਲ ਕੀਤਾ ਤਾਂ ਇਸੇ ਹੱਥ ਨੇ ਹੀ ਸਜ਼ਾ ਪਾਈ ਹੈ। ਦੂਜੇ ਹੱਥ ਨੂੰ ਕਿਸੇ ਨੂੰ ਕੋਈ ਸਜ਼ਾ ਨਹੀਂ ਮਿਲਦੀ। ਜਿਹੋ ਜਿਹਾ ਕੋਈ ਕਰਮ ਕਰਦਾ ਉਸੇ ਨੂੰ ਹੀ ਸਜ਼ਾ ਮਿਲਦੀ ਹੈ। ਕੋਈ ਨਾ ਪਕੜੀਏ ਕਿਸੇ ਥਾਂ, ਉਸ ਦੀ ਥਾਂ ਤੇ ਦੂਜੇ ਨੂੰ ਨਹੀਂ ਪਕੜਿਆ ਜਾਂਦਾ ਰੱਬ ਦੇ ਘਰ ਵਿੱਚ। ਸੋ ਦੂਜਾ ਪ੍ਰਮਾਣ ਇਹ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਇਹ ਪ੍ਰਮਾਣ ਪੰਡਤ ਦੇ ਕਰਮਾਂ ਦੇ ਹਿਸਾਬ ਕਿਤਾਬ ਦਾ। ਇੱਕ ਪੰਡਤ ਰਾਜੇ ਦੇ ਮੰਦਰਾਂ ਵਿੱਚ ਬਹੁਤ ਸਾਲਾਂ ਤੋਂ ਪੂਜਾ ਕਰ ਰਿਹਾ ਸੀ। ਜਦ ਰਾਜੇ ਦਾ ਪੁੱਤਰ ਜਵਾਨ ਹੋਇਆ ਤਾਂ ਉਸਨੇ ਆਪਣੇ ਪੁੱਤਰ ਦਾ ਵਿਆਹ ਕੀਤਾ। ਵਿਆਹ ਦੀ ਪਹਿਲੀ ਰਾਤ ਸੀ। ਰਾਜਕੁਮਾਰ ਅਤੇ ਉਸ ਦੀ ਪਤਨੀ ਚੁਬਾਰੇ ਵਿੱਚ ਪਏ ਸਨ। ਨਵੀਂ ਥਾਂ ਹੋਣ ਕਰਕੇ ਪਤਨੀ ਨੂੰ ਨੀਂਦ ਨਹੀਂ ਆ ਰਹੀ ਸੀ ਅਤੇ ਉਹ ਇੱਧਰ ਉੱਧਰ ਤੁਰ ਫਿਰ ਕੇ ਟਹਿਲਣ ਲੱਗੀ। ਫਿਰ ਉਸਨੇ ਆਪਣੇ ਪਤੀ ਦੇ ਸਿਰਹਾਣੇ ਦੀਵਾਰ ਨਾਲ ਟੰਗੀ ਹੋਈ ਆਪਣੇ ਪਤੀ ਦੀ ਤਲਵਾਰ ਦੇਖੀ। ਉਹ ਕਿੱਲੀ ਨਾਲੋਂ ਉਸ ਤਲਵਾਰ ਨੂੰ ਉਤਾਰ ਕੇ ਅਤੇ ਉੱਥੇ ਹੀ ਖੜੀ ਹੋ ਕੇ ਮਿਆਨ ਵਿੱਚੋਂ ਬਾਹਰ ਕੱਢ ਕੇ ਦੇਖਣ ਲੱਗੀ। ਤਲਵਾਰ ਬਹੁਤ ਚਮਕਦਾਰ ਅਤੇ ਤਿੱਖੀ ਧਾਰ ਵਾਲੀ ਸੀ ਅਤੇ ਬਹੁਤ ਭਾਰੀ ਵੀ ਸੀ। ਅਚਾਨਕ ਹੀ ਤਲਵਾਰ ਉਸਦੇ ਹੱਥਾਂ ਵਿੱਚੋਂ ਛੁੱਟ ਗਈ ਅਤੇ ਧਾਰ ਵਾਲੇ ਪਾਸੇ ਤੋਂ ਥੱਲੇ ਪਏ ਰਾਜਕੁਮਾਰ ਦੇ ਗਲੇ ਉੱਤੇ ਜਾ ਡਿੱਗੀ, ਜਿਸ ਕਰਕੇ ਤਿੱਖੀ ਤਲਵਾਰ ਨਾਲ ਰਾਜਕੁਮਾਰ ਦਾ ਗਲਾ ਕੱਟਿਆ ਗਿਆ। ਸੋ ਰਾਜਕੁਮਾਰ ਦੀ ਸਾਹ ਰਗ ਕੱਟੇ ਜਾਣ ਨਾਲ ਉਸ ਦੀ ਤੁਰੰਤ ਹੀ ਮੌਤ ਹੋ ਗਈ। ਉਸ ਵੇਲੇ ਬ੍ਰਹਮ ਮੁਹੂਰਤ ਦਾ ਸਮਾਂ ਸੀ। ਬ੍ਰਹਮ ਮੁਹੂਰਤ ਮੀਨਸ ਅੰਮ੍ਰਿਤ ਵੇਲਾ ਸੀ। ਪਤਨੀ ਨੇ ਜਦ ਆਪਣੇ ਹੱਥੋਂ ਹੀ ਆਪਣੇ ਪਤੀ ਨੂੰ ਮਰਿਆ ਹੋਇਆ ਦੇਖਿਆ ਤਾਂ ਉਹ ਕਤਲ ਦੇ ਦੋਸ਼ ਤੇ ਡਰ ਤੋਂ ਘਬਰਾ ਗਈ ਅਤੇ ਸੋਚਣ ਲੱਗੀ ਕਿ ਹੁਣ ਉਹ ਕੀ ਕਰੇ। ਫਿਰ ਉਸਨੇ ਕਮਰੇ ਦੀ ਬਾਰੀ ਵਿੱਚੋਂ ਦੇਖਿਆ ਕਿ ਬਾਹਰ ਇੱਕ ਪੰਡਤ ਮੰਦਰ ਵੱਲ ਨੂੰ ਜਾ ਰਿਹਾ। ਉਸਨੇ ਸਾਰੀ ਵਿਉਂਤ ਬਣਾ ਕੇ ਸ਼ੋਰ ਮਚਾ ਦਿੱਤਾ ਕਿ ਕੋਈ ਮੇਰੇ ਪਤੀ ਨੂੰ ਮਾਰ ਕੇ ਮੰਦਰਾਂ ਵੱਲ ਭੱਜ ਗਿਆ। ਰਾਜਾ ਰਾਣੀ ਸਭ ਇਕੱਠੇ ਹੋ ਗਏ ਤੇ ਪੁੱਤਰ ਦੀ ਮੌਤ ਦਾ ਵਿਰਲਾਪ ਕਰਨ ਲੱਗੇ। ਸਵੇਰ ਹੁੰਦਿਆਂ ਹੀ ਰਾਜੇ ਨੇ ਸਭ ਨੂੰ ਦਰਬਾਰ ਵਿੱਚ ਇਕੱਠਿਆਂ ਕਰ ਲਿਆ ਅਤੇ ਮੰਦਰ ਦੇ ਪੁਜਾਰੀ ਨੂੰ ਵੀ ਬੁਲਾ ਲਿਆ। ਰਾਜੇ ਨੇ ਪੁਜਾਰੀ ਨੂੰ ਆਖਿਆ ਕਿ ਰਾਜ ਮੰਦਰਾਂ ਵਿੱਚ ਰਾਜ ਘਰਾਣੇ ਦੇ ਲੋਕਾਂ ਤੋਂ ਬਿਨਾਂ ਅਤੇ ਰਾਜ ਪੁਰੋਹਿਤ ਤੋਂ ਬਿਨਾਂ ਹੋਰ ਕੋਈ ਨਹੀਂ ਜਾ ਸਕਦਾ ਅਤੇ ਇਹ ਪੱਕੀ ਗੱਲ ਹੈ ਕਿ ਇਹਨਾਂ ਮਹਿਲਾਂ ਵਿੱਚ ਬਾਹਰ ਦਾ ਕੋਈ ਵੀ ਬੰਦਾ ਨਹੀਂ ਆ ਸਕਦਾ। ਅਸੀਂ ਸਭ ਵੀ ਉਸ ਵੇਲੇ ਸੁੱਤੇ ਪਏ ਸੀ।
ਹੁਣ ਮੇਰੇ ਪੁੱਤਰ ਦੀ ਮੌਤ ਦਾ ਦੋਸ਼ ਤੇਰੇ ਉੱਪਰ ਹੀ ਆਉਂਦਾ ਹੈ। ਪੰਡਤ ਨੇ ਕਈ ਤਰੀਕਿਆਂ ਨਾਲ ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ, ਪਰ ਰਾਜੇ ਨੂੰ ਤਸੱਲੀ ਨਾ ਹੋਈ। ਰਾਜੇ ਨੇ ਪੰਡਤ ਨੂੰ ਦੋਸ਼ੀ ਜਾਣ ਕੇ ਬਹੁਤ ਤਸੀਹੇ ਦਿੱਤੇ, ਪਰ ਪੰਡਤ ਦਾ ਹਰ ਵਾਰ ਆਪਣੀ ਸਫਾਈ ਦਿੰਦਿਆਂ ਹੋਇਆਂ ਉਹ ਹੀ ਜਵਾਬ ਸੀ। ਆਖਰ ਨੂੰ ਰਾਜੇ ਨੇ ਸੋਚਿਆ ਕਿ ਇਸ ਨੂੰ ਮਾਰਿਆ ਮੇਰਾ ਪੁੱਤਰ ਕਿਹੜਾ ਜਿਉਂਦਾ ਹੋ ਜਾਵੇਗਾ, ਪਰ ਇਸ ਦੀ ਪੰਡਤ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਇਸ ਪੰਡਤ ਨੇ ਮੇਰੇ ਪੁੱਤਰ ਦਾ ਗਲਾ ਸੱਜੇ ਹੱਥ ਨਾਲ ਕੱਟਿਆ, ਇਸ ਵਾਸਤੇ ਇਸ ਦਾ ਸੱਜਾ ਹੱਥ ਕੱਟ ਦਿੱਤਾ ਜਾਏ। ਫਿਰ ਰਾਜੇ ਨੇ ਉਸ ਪੰਡਤ ਦਾ ਸੱਜਾ ਹੱਥ ਕੱਟ ਕੇ ਉਸ ਨੂੰ ਆਪਣੇ ਦੇਸ਼ ਚੋਂ ਬਾਹਰ ਕੱਢ ਦਿੱਤਾ। ਉਹ ਪੰਡਤ ਹੁਣ ਸੋਚਦਾ ਹੈ ਕਿ ਮੈਂ ਕੋਈ ਦੋਸ਼ ਹੀ ਨਹੀਂ ਕੀਤਾ, ਫਿਰ ਵੀ ਮੇਰਾ ਹੱਥ ਕਿਉਂ ਕੱਟਿਆ ਗਿਆ ਅਤੇ ਕਤਲ ਦਾ ਕਲੰਕ ਮੇਰੇ ਮੱਥੇ ਕਿਉਂ ਲੱਗਿਆ। ਇਹ ਸੋਚਣ ਲੱਗਿਆ ਕਿ ਮੈਂ ਇਸ ਦਾ ਕੋਈ ਸੋਲੂਸ਼ਨ ਲੱਭਾਂ, ਪਤਾ ਕਰਾਂ ਕਿ ਮੇਰੇ ਨਾਲ ਇਹ ਕਿਉਂ ਹੋਇਆ। ਉਸ ਨੂੰ ਕਿਸੇ ਨੇ ਦੱਸਿਆ ਕਿ ਕਾਸ਼ੀ ਦੇ ਵਿੱਚ ਇੱਕ ਵਿਦਵਾਨ ਬ੍ਰਾਹਮਣ ਸਾਧੂ ਰਹਿੰਦਾ ਹੈ, ਜੋ ਗ੍ਰਸਤੀ ਹੈ ਅਤੇ ਲੋਕਾਂ ਦੇ ਪਿਛਲੇ ਜਨਮਾਂ ਦਾ ਗਿਆਨ ਵੀ ਜਾਣਦਾ ਹੈ। ਉਹ ਪੰਡਤ ਜਦ ਬ੍ਰਾਹਮਣ ਦੇ ਘਰ ਗਿਆ ਤਾਂ ਬ੍ਰਾਹਮਣ ਘਰ ਨਹੀਂ ਸੀ। ਉਸਨੇ ਉਸ ਦੀ ਪਤਨੀ ਤੋਂ ਪੁੱਛਿਆ ਤਾਂ ਉਸ ਦੀ ਪਤਨੀ ਬ੍ਰਾਹਮਣੀ ਨੇ ਆਪਣੇ ਪਤੀ ਨੂੰ ਬਹੁਤ ਗਾਲਾਂ ਕੱਢੀਆਂ ਤੇ ਉਸ ਆਏ ਹੋਏ ਪੰਡਤ ਪੁਜਾਰੀ ਨੂੰ ਵੀ ਬਹੁਤ ਬੁਰਾ ਭਲਾ ਬੋਲੀ। ਕਹਿੰਦੀ ਇੱਥੇ ਫਿਰਦਾ ਹੋਣਾ, ਕਿਤੇ ਪਤਾ ਨਹੀਂ ਸਵੇਰੇ ਨਿਕਲ ਜਾਂਦਾ, ਸ਼ਾਮ ਨੂੰ ਘਰੇ ਵੜਦਾ, ਇਹ ਉਹ ਫਲਾਣਾ ਕਰਕੇ। ਸੋ ਫਿਰ ਉਹ ਘਰ ਦੇ ਬਾਹਰ ਖੜਾ ਹੋ ਕੇ ਪੰਡਤ ਦੀ ਉਡੀਕ ਕਰਨ ਲੱਗਾ। ਥੋੜੀ ਦੇਰ ਬਾਅਦ ਉਹ ਪੰਡਤ ਆਇਆ ਤਾਂ ਪੁਜਾਰੀ ਪੰਡਤ ਨੇ ਆਪਣੇ ਹੱਥ ਕੱਟੇ ਜਾਣ ਦੀ ਸਾਰੀ ਵਾਰਤਾ ਕਹੀ ਅਤੇ ਆਪਣੇ ਦੋਸ਼ ਬਾਰੇ ਪੁੱਛਿਆ ਕਿ ਮੈਨੂੰ ਇਹ ਕਲੰਕ ਕਿਉਂ ਲੱਗਿਆ, ਹਾਲਾਂਕਿ ਮੈਂ ਕੋਈ ਗੁਨਾਹ ਨਹੀਂ ਕੀਤਾ। ਪਰ ਇਸ ਦੇ ਨਾਲ ਹੀ ਪੰਡਤ ਨੇ ਸਾਧੂ ਬ੍ਰਾਹਮਣ ਕੋਲੋਂ ਪੁੱਛਿਆ ਕਿ ਸੰਤ ਜੀ, ਇਹ ਤੁਹਾਡਾ ਜਸ ਸਾਰੇ ਪਾਸੇ ਫੈਲਿਆ ਹੋਇਆ, ਪਰ ਤੁਹਾਡੀ ਪਤਨੀ ਤੁਹਾਡਾ ਇੰਨਾ ਨਿਰਾਦਰ ਕਿਉਂ ਕਰਦੀ ਹੈ। ਬ੍ਰਾਹਮਣ ਨੇ ਕਿਹਾ, ਤੁਸੀਂ ਮੇਰੀ ਛੱਡੋ, ਪਹਿਲਾਂ ਆਪਣੀ ਸੁਣੋ। ਪਹਿਲਾਂ ਤੁਸੀਂ ਆਪਣੀ ਸੁਣੋ। ਸੋ ਪੰਡਤ ਦੱਸਣ ਲੱਗਿਆ ਕਿ ਤੁਸੀਂ ਪਿਛਲੇ ਜਨਮ ਵਿੱਚ ਇੱਕ ਤਪਸਵੀ ਸਾਧੂ ਸੀ ਅਤੇ ਤੁਸੀਂ ਝੂਠ ਨਾ ਬੋਲਣ ਦਾ ਪ੍ਰਣ ਕੀਤਾ ਸੀ ਅਤੇ ਤੁਸੀਂ ਹਮੇਸ਼ਾ ਹੀ ਗਊਮੁਖੀ ਵਿੱਚ ਹੱਥ ਪਾ ਕੇ ਮਾਲਾ ਫੇਰਦੇ ਰਹਿੰਦੇ ਸੀ। ਇੱਕ ਵਾਰ ਇੱਕ ਗਾਂ ਭੱਜਦੀ ਹੋਈ ਤੁਹਾਡੇ ਅੱਗੋਂ ਦੀ ਲੰਘੀ, ਜਿਸ ਦੇ ਪਿੱਛੇ ਹੀ ਉਸ ਨੂੰ ਮਾਰਨ ਵਾਲੇ ਕਸਾਈ ਆ ਰਹੇ ਸਨ। ਕਸਾਈਆਂ ਨੇ ਆ ਕੇ ਤੁਹਾਡੇ ਕੋਲੋਂ ਪੁੱਛਿਆ ਕਿ ਹੇ ਮਹਾਤਮਾ ਜੀ, ਤੁਸੀਂ ਇੱਥੋਂ ਦੀ ਲੰਘਦੀ ਗਾਂ ਤਾਂ ਨਹੀਂ ਦੇਖੀ, ਪਰ ਤੁਸੀਂ ਸੱਚ ਬੋਲਣ ਦਾ ਪ੍ਰਣ ਕੀਤਾ ਹੋਇਆ ਸੀ। ਝੂਠ ਨਾ ਬੋਲਣ ਦਾ ਪ੍ਰਣ ਹੋਣ ਕਰਕੇ ਤੁਸੀਂ ਝੂਠ ਨਾ ਬੋਲਿਆ ਅਤੇ ਸੱਜੇ ਹੱਥ ਦਾ ਇਸ਼ਾਰਾ ਕਰਕੇ ਕਹਿ ਦਿੱਤਾ ਕਿ ਇੱਧਰ ਨੂੰ ਗਈ ਹੈ। ਤੁਹਾਡੇ ਹੱਥ ਨੇ ਉਸ ਗਾਂ ਦੀ ਜਾਨ ਲੈ ਲਈ, ਤੁਹਾਡੇ ਸੱਚ ਨੇ ਉਸ ਗਾਂ ਦੀ ਜਾਨ ਲੈ ਲਈ ਤੇ ਜਿਸ ਹੱਥ ਦੇ ਨਾਲ ਤੁਸੀਂ ਇਸ਼ਾਰਾ ਕੀਤਾ ਸੀ। ਸੋ ਇਸ ਜਨਮ ਵਿੱਚ ਉਹ ਗਾਂ ਲੜਕੀ ਬਣੀ ਅਤੇ ਉਹ ਕਸਾਈ ਰਾਜਕੁਮਾਰ ਬਣਿਆ। ਪਹਿਲਾਂ ਰਾਜਕੁਮਾਰ ਨੇ ਉਸ ਦਾ ਗਲਾ ਵੱਢਿਆ ਸੀ ਅਤੇ ਹੁਣ ਗਾਂ ਨੇ ਪਤਨੀ ਬਣ ਕੇ ਉਸ ਦਾ ਗਲਾ ਵੱਢ ਦਿੱਤਾ। ਤੂੰ ਸੱਜੇ ਹੱਥ ਨਾਲ ਇਸ਼ਾਰਾ ਕੀਤਾ ਸੀ, ਸੋ ਹੁਣ ਤੇਰਾ ਸੱਜਾ ਹੱਥ ਵੱਢਿਆ ਗਿਆ। ਇਸ ਲਈ ਜੋ ਪ੍ਰਮਾਤਮਾ ਹੈ ਉਹ ਕਦੀ ਵੀ ਅਨਿਆਏ ਨਹੀਂ ਕਰਦਾ। ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ ਹੈ ਉਸ ਤਰ੍ਹਾਂ ਦਾ ਹੀ ਜੀਵ ਫਲ ਪਾਉਂਦਾ। ਸੋ ਹੁਣ ਤੂੰ ਮੇਰੀ ਸੁਣ ਲੈ। ਪਿਛਲੇ ਜਨਮ ਵਿੱਚ ਮੈਂ ਇੱਕ ਕਾਂ ਦੀ ਜੂਨ ਵਿੱਚ ਸੀ ਅਤੇ ਮੇਰੀ ਪਤਨੀ ਇੱਕ ਗਧੀ ਦੀ ਜੂਨ ਵਿੱਚ ਸੀ। ਇਸ ਦੀ ਪਿੱਠ ਉੱਤੇ ਇੱਕ ਜ਼ਖਮ ਸੀ, ਜਿਸ ਉੱਤੇ ਮੈਂ ਚੁੰਝ ਮਾਰਦਾ ਸੀ ਤਾਂ ਇਹ ਦਰਦ ਕਰਕੇ ਬਹੁਤ ਤੜਫਦੀ ਸੀ। ਇਸ ਨੂੰ ਤੜਫਦਿਆਂ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਸੀ। ਮੇਰਾ ਕਾਂ ਦਾ ਜਨਮ ਹੋਣ ਕਰਕੇ ਸੁਭਾਅ ਬਹੁਤ ਚੰਚਲ ਸੀ, ਇਸ ਲਈ ਮੈਂ ਇਹਨੂੰ ਹਰ ਰੋਜ਼ ਚੁੰਝਾਂ ਮਾਰ ਕੇ ਤੰਗ ਕਰਦਾ ਰਿਹਾ। ਇੱਕ ਦਿਨ ਇਹ ਮੈਥੋਂ ਤੰਗ ਆ ਕੇ ਅਤੇ ਸ਼ਹਿਰ ਛੱਡ ਕੇ ਜੰਗਲ ਵਿੱਚ ਗੰਗਾ ਦੇ ਕਿਨਾਰੇ ਰਹਿਣ ਲੱਗ ਪਈ। ਮੈਂ ਇਸ ਨੂੰ ਲੱਭਦਾ ਰਿਹਾ ਪਰ ਇਹ ਮੈਨੂੰ ਕਿਤੇ ਨਾ ਮਿਲੀ। ਇੱਕ ਦਿਨ ਮੈਨੂੰ ਇਹ ਜੰਗਲ ਵਿੱਚ ਮਿਲ ਗਈ। ਮੈਂ ਕਈ ਦਿਨਾਂ ਦਾ ਗੁੱਸਾ ਕੱਢਣ ਵਾਸਤੇ ਇਸ ਦੇ ਜ਼ਖਮ ਵਿੱਚ ਜ਼ੋਰ ਦੀ ਚੁੰਝ ਮਾਰੀ ਤਾਂ ਮੇਰੀ ਚੁੰਝ ਇਸ ਦੀ ਹੱਡੀ ਵਿੱਚ ਜਾ ਧਸੀ। ਇਹ ਦਰਦ ਨਾਲ ਤੜਫਣ ਲੱਗੀ ਅਤੇ ਦਰਦ ਤੋਂ ਬਚਣ ਲਈ ਗੰਗਾ ਦੇ ਪਾਣੀ ਵਿੱਚ ਚਲੀ ਗਈ। ਗੰਗਾ ਦੇ ਤੇਜ਼ ਵਗਦੇ ਪਾਣੀ ਵਿੱਚ ਅਸੀਂ ਦੋਨੋਂ ਹੀ ਡੁੱਬ ਕੇ ਮਰ ਗਏ। ਗੰਗਾ ਵਿੱਚ ਡੁੱਬ ਕੇ ਮਰਨ ਨਾਲ ਸਾਨੂੰ ਮਨੁੱਖਾ ਜਨਮ ਤਾਂ ਮਿਲਿਆ ਹੈ, ਪਰ ਪਿਛਲੇ ਜਨਮ ਦਾ ਹਿਸਾਬ ਕਿਤਾਬ ਉਵੇਂ ਹੀ ਪਿਆ ਤੇ ਪਿਛਲੇ ਜਨਮ ਦਾ ਹਿਸਾਬ ਕਿਤਾਬ ਹੋਣ ਕਰਕੇ
ਉਹੀ ਗਧੀ ਮੇਰੀ ਪਤਨੀ ਬਣ ਗਈ ਅਤੇ ਮੈਂ ਇਸ ਦਾ ਪਤੀ ਬਣ ਗਿਆ। ਪਿਛਲੇ ਜਨਮ ਵਿੱਚ ਮੈਂ ਇਸ ਨੂੰ ਚੁੰਝਾਂ ਮਾਰ ਕੇ ਤੜਫਾਉਂਦਾ ਸੀ ਤੇ ਹੁਣ ਇਹ ਕੌੜੇ ਬੋਲ ਬੋਲ ਕੇ ਮੈਨੂੰ ਤੜਫਾਉਂਦੀ ਹੈ। ਜਿਵੇਂ ਮੈਂ ਚੁੰਝਾਂ ਮਾਰਦਾ ਸੀ, ਹੁਣ ਇਹ ਮੈਨੂੰ ਚੁੰਝਾਂ ਮਾਰਦੀ ਹੈ ਤੇ ਤੜਫਾਉਂਦੀ ਹੈ ਕੌੜੇ ਬੋਲ ਬੋਲ ਕੇ। ਇਸ ਲਈ ਹੁਣ ਮੈਂ ਪਿਛਲੇ ਜਨਮ ਦਾ ਫਲ ਪਾ ਰਿਹਾ, ਪਰ ਮੈਂ ਕੋਈ ਦੁੱਖ ਜਾਂ ਕੋਈ ਇਤਰਾਜ਼ ਮਹਿਸੂਸ ਨਹੀਂ ਕਰ ਰਿਹਾ ਪ੍ਰਮਾਤਮਾ ਤੇ। ਮੈਨੂੰ ਪਤਾ ਹੈ ਕਿ ਮੇਰੇ ਇਹ ਕਰਮਾਂ ਦਾ ਫਲ ਹੈ। ਇਹ ਸੁਣ ਕੇ ਪੁਜਾਰੀ ਪੰਡਤ ਨੂੰ ਨਿਸ਼ਚਾ ਹੋ ਗਿਆ ਕਿ ਬਿਨਾਂ ਕਰਮਾਂ ਤੋਂ ਕੋਈ ਵੀ ਜੀਵ ਦੁੱਖ ਸੁੱਖ ਨਹੀਂ ਪਾਉਂਦਾ। ਸੋ ਸੰਗਤ ਜੀ, ਇਸ ਲਈ ਗੁਰੂ ਜੀ ਕਹਿੰਦੇ ਹਨ ਕਿ ਜੀਵ ਜਿਹੋ ਜਿਹੇ ਕਰਮ ਕਰਦਾ ਹੈ, ਉਹੋ ਜਿਹਾ ਹੀ ਫਲ ਕਿਸੇ ਨਾ ਕਿਸੇ ਜਨਮ ਵਿੱਚ ਭੋਗ ਲੈਂਦਾ ਹੈ। ਇਸ ਲਈ ਆਪਣੇ ਦੁੱਖ ਤਕਲੀਫਾਂ ਦਾ ਦੋਸ਼ ਕਿਸੇ ਹੋਰ ਉੱਤੇ ਨਾ ਮੜੋ। ਇਸ ਲਈ ਗੁਰੂ ਜੀ ਦਾ ਵਾਕ ਹੈ, ਇਹ ਕਰ ਕਰੇ। ਕਰ ਦਾ ਮਤਲਬ ਹੁੰਦਾ ਹੱਥ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੇ ਥਾਏ। ਭਾਵ ਕਿ ਜੀਵ ਜਿਹੜੇ ਹੱਥਾਂ ਨਾਲ ਪਾਪ ਕਰਮ ਕਰਦਾ ਜਾਂ ਪੁੰਨ ਕਰਮ ਕਰਦਾ, ਉਹਨਾਂ ਹੱਥਾਂ ਨਾਲ ਹੀ ਉਹਨਾਂ ਦਾ ਫਲ ਪਾਉਂਦਾ। ਹੁਣ ਅੱਗੇ ਤੀਜਾ ਪ੍ਰਮਾਣ ਪੜ੍ਹਦੇ ਹਾਂ ਆਪਾਂ ਇਸੇ ਪੰਕਤੀ ਨਾਲ ਸੰਬੰਧਿਤ, ਘੋਗੜ ਦੀ ਗਤੀ ਕਰਨੀ। ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੁਪਾਣੇ ਨਗਰ ਵਿਖੇ ਇੱਕ ਘੋਗੜ ਦੀ ਮੁਕਤੀ ਕੀਤੀ। ਰੁਪਾਣੇ ਪਿੰਡ ਦਾ ਚੌਧਰੀ ਕਾਮੀ ਅਤੇ ਵਿਕਾਰੀ ਪੁਰਸ਼ ਸੀ। ਉਹ ਹਮੇਸ਼ਾ ਦੂਸਰਿਆਂ ਦੀਆਂ ਧੀਆਂ ਭੈਣਾਂ ਉੱਪਰ ਬੁਰੀ ਨਜ਼ਰ ਰੱਖਦਾ ਸੀ। ਇੱਕ ਦਿਨ ਉਸਨੇ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਇੱਕ ਸਿੱਖ ਦੀ ਧੀ ਉੱਪਰ ਬੁਰੀ ਨਜ਼ਰ ਰੱਖੀ ਅਤੇ ਉਸ ਦੀ ਪੱਤ ਲੁੱਟਣ ਦੀ ਕੋਸ਼ਿਸ਼ ਕੀਤੀ। ਉਸ ਸਿੱਖ ਦੀ ਪੁੱਤਰੀ ਨੇ ਚੌਧਰੀ ਨੂੰ ਆਖਿਆ, ਓਏ ਚੌਧਰੀਆ, ਤੂੰ ਘੋਗੜ ਦੀ ਤਰ੍ਹਾਂ ਕੰਧਾਂ ਉੱਪਰੋਂ ਦੀ ਦੂਜਿਆਂ ਦੇ ਘਰਾਂ ਵਿੱਚ ਬੁਰੀ ਨਜ਼ਰ ਮਾਰਦਾ ਰਹਿੰਦਾ ਅਤੇ ਉਹਨਾਂ ਦੀਆਂ ਧੀਆਂ ਭੈਣਾਂ ਦੀ ਪੱਤ ਇੱਜ਼ਤ ਲੁੱਟਦਾ ਰਹਿੰਦਾ। ਮੈਂ ਗੁਰੂ ਨਾਨਕ ਦੇ ਸਿੱਖ ਦੀ ਪੁੱਤਰੀ ਹਾਂ ਅਤੇ ਆਪਣੀ ਪੱਤ ਆਪਣੇ ਨਾਲ ਲੈ ਕੇ ਮਰਾਂਗੀ। ਇਹ ਕਹਿ ਕੇ ਉਸਨੇ ਆਪਣੇ ਸਰੀਰ ਦਾ ਤਿਆਗ ਕਰ ਦਿੱਤਾ ਅਤੇ ਉਸਨੇ ਮਰਨ ਲੱਗੀ ਨੇ ਚੌਧਰੀ ਨੂੰ ਸਰਾਪ ਦੇ ਦਿੱਤਾ ਕਿ ਜਾ, ਤੂੰ ਮਰ ਕੇ ਘੋਗੜ ਬਣੇਗਾ ਅਤੇ ਹੱਡਾਂ ਰੋੜੀ ਵਿੱਚ ਸੁੱਕੇ ਹੱਡਾਂ ਉੱਤੇ ਚੁੰਝਾਂ ਮਾਰਦਾ ਫਿਰੇਗਾ, ਜਿਵੇਂ ਹੁਣ ਲੋਕਾਂ ਦੇ ਘਰਾਂ ਵਿੱਚ ਮੂੰਹ ਮਾਰਦਾ ਫਿਰਦਾ। ਤੂੰ ਹੱਡਾਂ ਰੋੜੀ ਦੇ ਸੁੱਕੇ ਦਰਖਤਾਂ ਉੱਪਰ ਬੈਠ ਕੇ ਆਪਣੇ ਕੀਤੇ ਕਰਮਾਂ ਦਾ ਪਛਤਾਵਾ ਕਰੇਗਾ। ਇਹ ਕਹਿ ਕੇ ਕੁੜੀ ਨੇ ਜਾਨ ਦੇ ਦਿੱਤੀ ਅਤੇ ਉਹ ਚੌਧਰੀ ਮਰ ਕੇ ਘੋਗੜ ਬਣ ਗਿਆ ਅਤੇ ਫਿਰ ਉਹ ਆਪਣੇ ਹੀ ਪਿੰਡ ਦੀ ਹੱਡਾਂ ਰੋੜੀ ਵਿੱਚ ਘੋਗੜ ਬਣ ਕੇ ਰਹਿਣ ਲੱਗਾ। ਉਸ ਨੂੰ ਘੋਗੜ ਬਣ ਕੇ ਵੀ ਉਸ ਸਿੱਖ ਪੁੱਤਰੀ ਦੀਆਂ ਗੱਲਾਂ ਯਾਦ ਆਉਂਦੀਆਂ ਸਨ। ਉਹ ਘੋਗੜ ਦੀ ਜੂਨ ਵਿੱਚ ਬਹੁਤ ਤੰਗ ਸੀ ਅਤੇ ਇਸ ਜੂਨ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਇਸ ਲਈ ਉਹ ਉਸ ਸਿੱਖ ਲੜਕੀ ਦੇ ਗੁਰੂ ਨੂੰ ਯਾਦ ਕਰਦਾ ਰਹਿੰਦਾ ਸੀ ਕਿ ਜੇ ਉਸ ਕੁੜੀ ਦੇ ਕਹਿਣ ਤੇ ਮੈਂ ਘੋਗੜ ਬਣ ਸਕਦਾ ਤਾਂ ਮੇਰੇ ਪਛਤਾਵੇ ਨਾਲ ਉਸ ਕੁੜੀ ਦਾ ਗੁਰੂ ਮੇਰੀ ਬੰਦ ਖਲਾਸੀ ਜ਼ਰੂਰ ਕਰੇਗਾ। ਇਸੇ ਪਛਤਾਵੇ ਦੇ ਨਾਲ ਉਹ ਗੁਰੂ ਜੀ ਨੂੰ ਯਾਦ ਕਰਦਾ ਰਹਿੰਦਾ ਸੀ। ਜਦੋਂ ਕਲੀਆਂ ਵਾਲੇ ਪਾਤਸ਼ਾਹ ਜੀ ਨੇ ਖਦਰਾਣੇ ਦੀ ਢਾਬ ਉੱਤੇ ਵਾਸਾ ਕੀਤਾ ਸੀ ਸ੍ਰੀ ਮੁਕਤਸਰ ਸਾਹਿਬ, ਤਾਂ ਇੱਕ ਵਾਰ ਗੁਰੂ ਜੀ ਆਪਣੇ ਸਿੰਘਾਂ ਨਾਲ ਰੁਪਾਣੇ ਕੋਲ ਦੀ ਵਿਚਰ ਰਹੇ ਸਨ। ਗੁਰੂ ਜੀ ਨੇ ਹੱਡਾਂ ਰੋੜੀ ਵਿੱਚ ਬੈਠੇ ਉਸ ਘੋਗੜ ਨੂੰ ਦੇਖਿਆ ਅਤੇ ਉਸ ਨੂੰ ਫੜ ਕੇ ਲਿਆਉਣ ਲਈ ਸਿੱਖਾਂ ਨੂੰ ਆਖਿਆ। ਜਦ ਸਿੱਖ ਘੋਗੜ ਨੂੰ ਫੜ ਲਿਆਏ ਤਾਂ ਉਹ ਆਤਮਾ ਕਰਕੇ ਗੁਰੂ ਜੀ ਨੂੰ ਬੇਨਤੀਆਂ ਕਰਨ ਲੱਗਾ। ਗੁਰੂ ਜੀ ਅੱਗੇ ਜੋਦੜੀਆਂ ਕਰਨ ਲੱਗਾ। ਗੁਰੂ ਜੀ ਨੇ ਉਸ ਦੀ ਕਰੁਣਾਮਈ ਬੇਨਤੀ ਸੁਣ ਕੇ ਉਸ ਉੱਪਰ ਜਲ ਦਾ ਛੱਟਾ ਮਾਰਿਆ ਤਾਂ ਉਹ ਉਸੇ ਵੇਲੇ ਘੋਗੜ ਦੇ ਸਰੀਰ ਨੂੰ ਛੱਡ ਗਿਆ ਅਤੇ ਆਤਮਾ ਰੂਪ ਹੋ ਕੇ ਗੁਰੂ ਜੀ ਦਾ ਧੰਨਵਾਦ ਕੀਤਾ। ਆਪਣੀ ਸਾਰੀ ਵਾਰਤਾ ਗੁਰੂ ਜੀ ਨੂੰ ਸੁਣਾਈ, ਜੋ ਕੋਲ ਖੜੇ ਸਿੱਖਾਂ ਨੇ ਵੀ ਸੁਣੀ ਅਤੇ ਫਿਰ ਉਹ ਚੌਧਰੀ ਹੋਰ ਸਾਰੀਆਂ ਜੋਨੀਆਂ ਤੋਂ ਮੁਕਤ ਹੋ ਕੇ ਸਵਰਗਾਂ ਨੂੰ ਚਲਿਆ ਗਿਆ। ਸੋ ਸੰਗਤ ਜੀ, ਅੱਜ ਕੱਲ ਪਿੰਡ ਰੁਪਾਣਾ ਵਿਖੇ ਇਸ ਸਾਖੀ ਦੀ ਗਵਾਹੀ ਭਰਦਾ ਹੋਇਆ ਗੁਰਦੁਆਰਾ ਘੋਗੜਸਰ ਮੌਜੂਦ ਹੈ। ਜੇ ਤੁਹਾਨੂੰ ਕਦੇ ਰੁਪਾਣੇ ਪਿੰਡ ਦੇ ਘੋਗੜਸਰ ਗੁਰਦੁਆਰੇ ਜਾਣ ਦਾ ਮੌਕਾ ਮਿਲੇ ਤਾਂ ਤੁਸੀਂ ਵੀ ਕਲੀਆਂ ਵਾਲੇ ਪਾਤਸ਼ਾਹ ਤੋਂ ਆਪਣੇ ਗੁਨਾਹਾਂ ਦੀਆਂ ਮਾਫੀਆਂ ਮੰਗਣੀਆਂ। ਇਹ ਸ਼ਰਤੀਆ ਗੱਲ ਹੈ ਅਤੇ ਦਾਅਵਾ ਵੀ ਹੈ ਮੇਰਾ ਕਿ ਤੁਹਾਡੇ ਪਛਤਾਵੇ ਨੂੰ ਦੇਖ ਕੇ ਗੁਰੂ ਜੀ ਜ਼ਰੂਰ ਮਾਫ ਕਰ ਦੇਣਗੇ। ਸੋ ਸੰਗਤ ਜੀ, ਜੀਵ ਆਪਣੇ ਕੀਤੇ ਕਰਮਾਂ ਦਾ ਫਲ ਜ਼ਰੂਰ ਭੋਗਦਾ ਹੈ। ਦੁੱਖ ਸੁੱਖ ਜੀਵ ਦੇ ਆਪਣੇ ਕਰਮਾਂ ਦਾ ਹੀ ਫਲ ਹੈ,
ਪਰ ਜੇ ਕੋਈ ਜੀਵ ਆਪਣੇ ਗੁਨਾਹਾਂ ਤੋਂ ਤੌਬਾ ਕਰਕੇ ਗੁਰੂ ਜੀ ਦੀ ਸ਼ਰਨ ਆ ਜਾਵੇ ਤਾਂ ਗੁਰੂ ਰਹਿਮ ਕਰਕੇ ਜੀਵ ਨੂੰ ਮੁਕਤੀ ਦੀ ਦਾਤ ਬਖਸ਼ ਦਿੰਦੇ ਹਨ। ਸੋ ਸੰਗਤ ਜੀ, ਸਤਿਗੁਰੂ ਜੀ ਦੀਆਂ ਬਹੁਮੁੱਲੀਆਂ ਪੰਗਤੀਆਂ ਨੂੰ ਫਿਰ ਦੁਹਰਾਈਏ। ਦੱਦਾ ਦੋਸ ਨਾ ਦੀਜੈ ਕਾਹੂੰ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।